ਸ਼ੁਰੂ ਕਰਦੇ ਹਾਂ। ਉਸ ਤੋਂ ਜਹਾਨ ਦੇ ਪਾਲਨਹਾਰ ਦਾ ਨਾਮ ਲੈ ਕੇ, ਜੋ ਸਭ ਤੇ ਬਹੁਤ ਹੀ ਰਹਿਮਤਾਂ ਔਰ ਬਖਸ਼ਿਸ਼ਾਂ ਕਰਨੇ ਵਾਲਾ ਹੈ। ਅੱਜ ਬੜਾ ਖਾਸ ਦਿਨ ਹੈ, ਕਿਉਂਕਿ ਤੁਸੀਂ ਜਾਣਦੇ ਹੋ ਕਿ ਅੱਜ 27 ਫਰਵਰੀ ਦਿਨ ਸ਼ਨੀਵਾਰ ਸ਼੍ਰੀ ਗੁਰੂ ਰਵਿਦਾਸ ਜੀ ਦਾ ਮਹਾਨ ਪਵਿੱਤਰ ਪ੍ਰਗਟ ਦਿਵਸ ਹੈ। ਇਸ ਲਈ ਆਈ ਹੋਈ ਸਾਰੀ ਸੰਗਤ ਨੂੰ ਅੱਜ ਇਸ ਗੁਰਪੁਰਬ ਦੀਆਂ, ਸ਼੍ਰੀ ਗੁਰੂ ਰਵਿਦਾਸ ਜੀ ਦੇ ਮਹਾਨ ਪਵਿੱਤਰ ਪ੍ਰਗਟ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਵਧਾਈਆਂ। ਔਰ ਅੱਜ ਇਸ ਖੁਸ਼ੀਆਂ ਦੇ ਸਮੇਂ ਤੇ ਅਸੀਂ ਥੋੜਾ ਜਿਹਾ ਗੁਰੂਆਂ ਦੇ ਜੀਵਨ ਬਾਰੇ ਸਮਝਣਾ ਹੈ, ਉਹਨਾਂ ਦੀ ਜ਼ਿੰਦਗੀ ਦੇ ਬਾਰੇ ਸਮਝਣਾ ਹੈ, ਕਿਉਂਕਿ ਗੁਰੂਆਂ ਰਹਿਬਰਾਂ ਦੀ ਜ਼ਿੰਦਗੀ ਨੂੰ ਸਮਝ ਕੇ ਹੀ ਅਸੀਂ ਆਪਣੀ ਜ਼ਿੰਦਗੀ 'ਚ ਬਦਲਾਵ ਲਿਆ ਸਕਦੇ ਹਾਂ। ਇਹ ਗੱਲ ਹਮੇਸ਼ਾ ਯਾਦ ਰੱਖੋ। ਜਿਸ ਤਰ੍ਹਾਂ ਸਮਝ ਲਓ ਕਿ ਦੋ ਇਨਸਾਨ ਹੈ, ਇੱਕ ਭੋਜਨ ਤਿਆਰ ਕਰਦਾ ਹੈ, ਦੂਜਾ ਵੀ ਭੋਜਨ ਤਿਆਰ ਕਰਦਾ ਹੈ। ਹੁਣ ਜਦੋਂ ਦੋਨੇ ਆਪਣੇ ਆਪਣੇ ਢੰਗ ਦੇ ਨਾਲ, ਆਪਣੇ ਆਪਣੇ ਤਰੀਕੇ ਨਾਲ ਭੋਜਨ ਤਿਆਰ ਕਰਦੇ ਹੈ, ਯਾਨੀ ਖਾਣਾ ਤਿਆਰ ਕਰਦੇ ਹੈ, ਹੁਣ ਜਦੋਂ ਇੱਕ ਦੂਜੇ ਦਾ ਖਾਣਾ ਉਹ ਖਾ ਕੇ ਦੇਖਦੇ ਹੈ ਤਾਂ ਇੱਕ ਨੂੰ ਪਤਾ ਲੱਗਦਾ ਹੈ ਕਿ ਮੇਰੇ ਖਾਣੇ 'ਚ ਬਹੁਤ ਕਮੀਆਂ ਹੈ, ਪਰ ਦੂਜੇ ਨੇ ਖਾਣਾ ਬੜਾ ਸਵਾਦਿਸ਼ਟ ਬਣਾਇਆ ਹੈ। ਕਿਉਂਕਿ ਪਤਾ ਕਦੋਂ ਲੱਗਦਾ? ਜਦੋਂ ਦੂਜੇ ਦੇ ਖਾਣੇ ਨੂੰ ਚਖਾਂਗੇ, ਟੇਸਟ ਕਰਾਂਗੇ। ਹੁਣ ਜਦ ਤੱਕ ਅਸੀਂ ਦੂਸਰਾ ਖਾਣਾ ਨਹੀਂ ਖਾਵਾਂਗੇ ਜੋ ਸਾਡੇ ਖਾਣੇ ਤੋਂ ਜ਼ਿਆਦਾ ਸਵਾਦਿਸ਼ਟ ਹੈ, ਸਾਨੂੰ ਆਪਣੇ ਖਾਣੇ ਦੀਆਂ ਕਮੀਆਂ ਦਾ ਅਹਿਸਾਸ ਨਹੀਂ ਹੋਏਗਾ। ਤਾਂ ਹੀ ਤੁਸੀਂ ਕਦੀ ਜਾਂਦੇ ਹੋ ਨਾ ਕਿਸੇ ਰੈਸਟੋਰੈਂਟ ਤੇ, ਕਿਸੇ ਢਾਬੇ ਤੇ, ਕਿਤੇ ਹੋਟਲ 'ਚ, ਤੁਸੀਂ ਕਹਿੰਦੇ ਹੋ ਆਹ ਹੋਟਲ ਦਾ ਖਾਣਾ ਸਵਾਦ ਹੈ ਨਹੀਂ, ਉਹ ਹੋਟਲ ਦਾ ਖਾਣਾ ਬੜਾ ਸਵਾਦ ਸੀ, ਜਾਂ ਇਹਦਾ ਖਾਣਾ ਬੜਾ ਸਵਾਦ ਹੈ, ਉਹਦਾ ਸਵਾਦ ਹੈ ਨਹੀਂ ਸੀ। ਕੰਪੇਅਰ ਬੰਦਾ ਕਦੋਂ ਕਰਦਾ? ਜਦੋਂ ਦੋ ਚੀਜ਼ਾਂ ਸਾਹਮਣੇ ਆਉਂਦੀਆਂ ਹੈ। ਹੁਣ ਜਦੋਂ ਦੂਸਰੀ ਚੀਜ਼ ਸਾਡੇ ਵਾਲੀ ਚੀਜ਼ ਤੋਂ ਜ਼ਿਆਦਾ ਅੱਛੀ ਹੁੰਦੀ ਹੈ, ਸਵਾਦਿਸ਼ਟ ਹੁੰਦੀ ਹੈ, ਤਾਂ ਸਾਨੂੰ ਆਪਣੀਆਂ ਕਮੀਆਂ ਦਾ ਪਤਾ ਲੱਗਦਾ ਹੈ। ਔਰ ਫਿਰ ਇਨਸਾਨ ਜਦੋਂ ਉਹ ਦੂਸਰੀ ਚੀਜ਼ ਨੂੰ ਸਵਾਦਿਸ਼ਟ ਦੇਖ ਕੇ ਆਪਣੀਆਂ ਕਮੀਆਂ ਨੂੰ ਦੂਰ ਕਰਕੇ ਉਹਦੇ ਵਰਗੇ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਫਿਰ ਇਨਸਾਨ ਦੀ ਆਪਣੀ ਚੀਜ਼ ਵੀ ਸਵਾਦਿਸ਼ਟ ਬਣ ਜਾਂਦੀ ਹੈ। ਸਮਝਦੇ ਹੋ ਕਿ ਨਹੀਂ? ਬੰਦਾ ਪੁੱਛਦਾ ਹੈ, ਹਾਂ ਭਾਈ ਤੇਰਾ ਖਾਣਾ ਬੜਾ ਸਵਾਦ ਹੈ, ਤੂੰ ਕਿਹੜਾ ਮਸਾਲਾ ਪਾਇਆ, ਕਿਹੜੀ ਚੀਜ਼ ਪਾਈ, ਕਿਹੜੀ ਸਮੱਗਰੀ ਪਾਈ? ਜਦੋਂ ਉਹ ਪਤਾ ਲੱਗਦਾ ਹੈ ਔਰ ਬੰਦਾ ਉਸ ਚੀਜ਼ ਨੂੰ ਆਪਣੇ ਖਾਣੇ 'ਚ ਮਿਕਸ ਕਰਦਾ ਹੈ, ਯਾਨੀ ਉਸ ਢੰਗ ਨਾਲ ਫਿਰ ਆਪਣਾ ਖਾਣਾ ਬਣਾਉਂਦਾ ਹੈ, ਤਾਂ ਉਹਦੇ ਖਾਣੇ 'ਚ ਵੀ ਉਹ ਟੇਸਟ ਆਉਣਾ ਸ਼ੁਰੂ ਹੋ ਜਾਂਦਾ ਹੈ। ਬਸ ਸਮਝ ਲਓ ਇਸੇ ਤਰ੍ਹਾਂ ਕੁਝ ਗੁਰੂਆਂ ਰਹਿਬਰਾਂ ਦੀ ਜ਼ਿੰਦਗੀ ਹੁੰਦੀ ਹੈ ਕਿ ਇੱਕ ਪਾਸੇ ਉਹਨਾਂ ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਦੀ ਜ਼ਿੰਦਗੀ ਹੈ, ਔਰ ਇੱਕ ਪਾਸੇ ਇਨਸਾਨ ਦੀ ਆਪਣੀ ਜ਼ਿੰਦਗੀ ਹੈ। ਹੁਣ ਇਨਸਾਨ ਇੱਕ ਪਾਸੇ ਆਪਣੇ ਜੀਵਨ ਨੂੰ ਦੇਖੇ, ਦੂਜੇ ਪਾਸੇ ਗੁਰੂਆਂ ਰਹਿਬਰਾਂ ਦੀ ਜ਼ਿੰਦਗੀ ਨੂੰ ਦੇਖੇ, ਤਾਂ ਫਿਰ ਇਨਸਾਨ ਨੂੰ ਕੀ ਪਤਾ ਲੱਗਦਾ ਹੈ ਕਿ ਮੇਰੇ ਜੀਵਨ 'ਚ ਤਾਂ ਦੁੱਖ ਹੀ ਦੁੱਖ ਹੈ, ਮੇਰੇ ਜੀਵਨ 'ਚ ਤਾਂ ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਹੈ, ਮੇਰੇ ਜੀਵਨ 'ਚ ਤਾਂ ਚਿੰਤਾਵਾਂ ਹੀ ਚਿੰਤਾਵਾਂ ਹੈ, ਮੇਰੇ ਜੀਵਨ 'ਚ ਤਾਂ ਬੇਸਵਾਦੀ ਹੈ, ਕੋਈ ਸਵਾਦ ਹੈ ਹੀ ਨਹੀਂ, ਯਾਨੀ ਕੋਈ ਖੁਸ਼ੀ, ਕੋਈ ਆਨੰਦ, ਕੋਈ ਸ਼ਾਂਤੀ ਹੈ ਹੀ ਨਹੀਂ। ਪਰ ਦੂਜੇ ਪਾਸੇ ਉਹ ਸੰਤਾਂ ਦਾ ਜੀਵਨ ਹੈ, ਉੱਥੇ ਸਵਾਦ ਹੀ ਸਵਾਦ ਹੈ, ਯਾਨੀ ਆਨੰਦ ਹੀ ਆਨੰਦ ਹੈ, ਸ਼ਾਂਤੀ ਹੀ ਸ਼ਾਂਤੀ ਹੈ, ਖੁਸ਼ੀ ਹੀ ਖੁਸ਼ੀ ਹੈ, ਪ੍ਰੇਮ ਹੀ ਪ੍ਰੇਮ ਹੈ। ਹੁਣ ਮੇਰੇ ਜੀਵਨ ਦੇ ਵਿੱਚ ਔਰ ਉਹਨਾਂ ਦੇ ਜੀਵਨ ਦੇ ਵਿੱਚ ਕਿੰਨਾ ਅੰਤਰ ਹੈ। ਜੇ ਅੰਤਰ ਨੂੰ ਦੇਖਣਾ ਹੋਵੇ ਤਾਂ ਬੰਦਾ ਕਹਿ ਸਕਦਾ ਕਿੱਥੇ ਮੈਂ ਖਾਕ ਵਿੱਚ ਯਾਨੀ ਜ਼ਮੀਨ ਤੇ, ਤਾਂ ਕਿੱਥੇ ਉਹ ਗੁਰੂ ਰਹਿਬਰ ਅਰਸ਼ ਤੇ, ਯਾਨੀ ਏਡੀ ਉਚਾਈ ਤੇ। ਹੁਣ ਜੇ ਮੇਰੇ ਜੀਵਨ ਅੰਦਰ ਬੇਸਵਾਦੀ ਹੈ, ਮੇਰੇ ਜੀਵਨ ਅੰਦਰ ਕਮੀਆਂ ਹੈ, ਔਰ ਗੁਰੂਆਂ ਦੇ ਜੀਵਨ 'ਚ ਆਨੰਦ ਹੈ, ਸ਼ਾਂਤੀ ਹੈ, ਸਕੂਨ ਹੈ, ਉਹ ਪਰਮ ਸਵਾਦ ਹੈ, ਤਾਂ ਹੁਣ ਮੈਨੂੰ ਕੀ ਕਰਨਾ ਪਏਗਾ ਕਿ ਮੇਰਾ ਜੀਵਨ ਵੀ ਜੋ ਅੱਜ ਬੇਸਵਾਦਾ ਹੈ, ਜਿਹਦਾ ਖਾਣਾ ਬੇਸਵਾਦਾ ਹੈ, ਉਹਨੂੰ ਆਪਣੇ ਖਾਣੇ ਨੂੰ ਸਵਾਦਿਸ਼ਟ ਬਣਾਉਣ ਵਾਸਤੇ ਕੀ ਕਰਨਾ ਪਏਗਾ? ਉਸ ਇਨਸਾਨ ਦੇ ਖਾਣੇ ਦੀ ਰੈਸਿਪੀ, ਵਿਧੀ ਲੈਣੀ ਪਏਗੀ ਕਿ ਕਿਸ ਵਿਧੀ ਨਾਲ ਇਹ ਖਾਣਾ ਤਿਆਰ ਕਰਦਾ ਹੈ ਤਾਂ ਕਿ ਮੇਰਾ ਖਾਣਾ ਵੀ ਸਵਾਦਿਸ਼ਟ ਹੋਵੇ। ਤਾਂ ਜੇ ਅੱਜ ਸਾਡੇ ਜੀਵਨ 'ਚ ਤਕਲੀਫਾਂ ਹੈ, ਦੁੱਖ ਹੈ, ਪਰੇਸ਼ਾਨੀਆਂ ਹੈ, ਔਰ ਗੁਰੂਆਂ ਰਹਿਬਰਾਂ ਦੇ ਜੀਵਨ 'ਚ ਆਨੰਦ ਹੈ, ਪ੍ਰੇਮ ਹੈ, ਸ਼ਾਂਤੀ ਹੈ, ਪਰਮ ਸੁੱਖ ਹੈ, ਪਰਮ ਸਵਾਦ ਹੈ, ਤਾਂ ਹੁਣ ਸਾਨੂੰ ਵੀ ਉਹ ਗੁਰੂਆਂ ਤੋਂ, ਉਹ ਫਕੀਰਾਂ ਤੋਂ, ਉਹਨਾਂ ਦੇ ਜੀਵਨ ਤੋਂ ਉਹ ਵਿਧੀ ਲੈਣੀ ਪਏਗੀ, ਉਹ ਤਰੀਕਾ ਲੈਣਾ ਪਏਗਾ ਜ਼ਿੰਦਗੀ ਜੀਣ ਦਾ, ਉਹ ਵਿਧੀ ਲੈਣੀ ਪਏਗੀ ਜਿਸ ਵਿਧੀ ਨੂੰ ਅਪਣਾ ਕੇ ਸਾਡਾ ਵੀ ਇਹ ਜੀਵਨ ਜੋ ਇਸ ਵੇਲੇ ਅਸੀਂ ਕਹਿ ਦਿੰਦੇ ਹਾਂ ਦੁੱਖਾਂ, ਪਰੇਸ਼ਾਨੀਆਂ, ਚਿੰਤਾਵਾਂ ਨਾਲ ਭਰਿਆ, ਜਾਂ ਬੰਦਾ ਕਹਿੰਦਾ ਜੀਵਨ 'ਚ ਕੋਈ ਸਵਾਦ ਹੈ ਨਹੀਂ, ਤੇ ਇਹਦਾ ਮਤਲਬ ਜੀਵਨ 'ਚ ਤਾਂ ਸਵਾਦ ਹੈ, ਪਰ ਤੈਨੂੰ ਜੀਵਨ ਜੀਣ ਦੀ ਕਲਾ ਨਹੀਂ ਆਉਂਦੀ, ਢੰਗ ਨਹੀਂ ਆਉਂਦਾ ਤੈਨੂੰ। ਜਰਾ ਸਮਝਣਾ। ਹੁਣ ਗੁਰੂਆਂ ਦੇ ਜੀਵਨ ਤੋਂ ਜਾਂ ਗੁਰੂਆਂ ਦੇ ਵਚਨਾਂ ਤੋਂ, ਗੁਰੂਆਂ ਦੀ ਬਾਣੀ ਤੋਂ, ਇਹ ਫਕੀਰਾਂ ਦੀ ਜ਼ਿੰਦਗੀ ਤੋਂ ਅਸੀਂ ਉਹ ਸਿੱਖਿਆ ਲੈ ਸਕਦੇ ਹਾਂ, ਉਹ ਗਿਆਨ ਲੈ ਸਕਦੇ ਹਾਂ, ਜਾਂ ਕਹਿ ਲਓ ਉਹ ਰੈਸਿਪੀ ਲੈ ਸਕਦੇ ਹਾਂ ਆਪਣੇ ਜੀਵਨ ਵਾਸਤੇ
ਕਿ ਜਿੱਦਾਂ ਉਹਨਾਂ ਦੇ ਜੀਵਨ 'ਚ ਆਨੰਦ ਹੈ, ਉਹਨਾਂ ਦੇ ਜੀਵਨ 'ਚ ਸਵਾਦ ਹੈ, ਉਹਨਾਂ ਦੇ ਜੀਵਨ 'ਚ ਮਿਠਾਸ ਹੈ, ਉਹਨਾਂ ਦੇ ਜੀਵਨ 'ਚ ਪਰਮ ਸੁੱਖ ਹੈ, ਉਹ ਪਰਮ ਸੁੱਖ, ਉਹ ਆਨੰਦ, ਉਹ ਮਿਠਾਸ, ਉਹ ਖੁਸ਼ੀ ਸਾਡੇ ਜੀਵਨ 'ਚ ਵੀ ਆ ਜਾਵੇ। ਸਮਝਦੇ ਹੋ ਕਿ ਨਹੀਂ? ਇਸੇ ਲਈ ਗੁਰੂਆਂ ਰਹਿਬਰਾਂ ਦੇ ਜੀਵਨ ਦੇ ਬਾਰੇ ਸਮਝ ਕੇ ਹੀ ਅਸੀਂ ਆਪਣੇ ਜੀਵਨ ਅੰਦਰ ਬਦਲਾਵ ਲਿਆ ਸਕਦੇ ਹਾਂ। ਜਿੱਦਾਂ ਅਸੀਂ ਦੱਸਿਆ ਨਾ, ਦੂਜੇ ਦਾ ਖਾਣਾ ਟੇਸਟ ਕਰਕੇ ਹੀ ਅਸੀਂ ਆਪਣੇ ਖਾਣੇ ਦੀਆਂ ਕਮੀਆਂ ਜਾਣ ਸਕਦੇ ਹਾਂ, ਫਿਰ ਉਹਦੇ ਅੰਦਰ ਬਦਲਾਵ ਲਿਆ ਸਕਦੇ ਹਾਂ। ਇਸੇ ਤਰ੍ਹਾਂ ਗੁਰੂਆਂ ਦੇ ਜੀਵਨ ਨੂੰ ਦੇਖ ਕੇ ਹੀ ਅਸੀਂ ਆਪਣੇ ਜੀਵਨ ਦੀਆਂ ਕਮੀਆਂ ਨੂੰ ਸਮਝ ਕੇ ਉਹਨਾਂ ਨੂੰ ਦੂਰ ਕਰਨ ਦੀ ਯੁਕਤੀ ਲੈ ਸਕਦੇ ਹਾਂ, ਤਾਂ ਕਿ ਸਾਡੇ ਜੀਵਨ 'ਚ ਵੀ ਉਹ ਆਨੰਦ, ਉਹ ਸ਼ਾਂਤੀ, ਉਹ ਸਕੂਨ, ਉਹ ਖੁਸ਼ੀ ਆ ਜਾਵੇ। ਕਿਉਂਕਿ ਗੁਰੂ ਰਹਿਬਰ ਆਂਦੇ ਹੀ ਇਸ ਸੰਸਾਰ ਤੇ ਇਸ ਲਈ ਹੈ ਕਿ ਅਸੀਂ ਉਹਨਾਂ ਦੇ ਸਰੀਰਕ ਤੌਰ ਤੇ ਜਿੱਦਾਂ ਉਹ ਉੱਠਦੇ ਹੈ, ਬੈਠਦੇ ਹੈ, ਦੁਨੀਆ 'ਚ ਵਿਚਰਦੇ ਹੈ, ਦੁਨੀਆ ਨਾਲ ਗੱਲ ਕਰਦੇ ਹੈ, ਦੁਨੀਆ ਨਾਲ ਪਿਆਰ ਕਰਦੇ ਹੈ, ਅਸੀਂ ਉਹਨਾਂ ਦੇ ਜੀਵਨ ਤੋਂ ਵੀ ਸਿੱਖਿਆ ਲਈਏ, ਤਾਂ ਉਹਦੇ ਨਾਲ ਨਾਲ ਅਸੀਂ ਉਹਨਾਂ ਦੀ ਬਾਣੀ ਤੋਂ ਵੀ ਸਿੱਖਿਆ ਲਈਏ, ਉਹਨਾਂ ਦੇ ਵਚਨਾਂ ਤੋਂ ਵੀ ਸਿੱਖਿਆ ਲਈਏ। ਸਮਝਦੇ ਹੋ ਕਿ ਨਹੀਂ? ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਜੋ ਵਜੂਦੀ ਤੌਰ ਤੇ ਉਹਨਾਂ ਦੇ ਜੀਵਨ ਨੂੰ ਸਮਝ ਕੇ ਸਿੱਖਣੀ ਪੈਂਦੀ ਹੈ, ਤਾਂ ਕੁਝ ਚੀਜ਼ਾਂ ਹੁੰਦੀਆਂ ਜੋ ਉਹਨਾਂ ਦੀ ਬਾਣੀ ਨੂੰ ਸਮਝ ਕੇ ਸਾਨੂੰ ਸਿੱਖਣੀ ਪੈਂਦੀ ਹੈ, ਫਿਰ ਉਹ ਸਾਡੇ ਜੀਵਨ 'ਚ ਬਦਲਾਵ ਆਉਂਦਾ ਹੈ। ਸੋ ਅੱਜ ਸ੍ਰੀ ਗੁਰੂ ਰਵਿਦਾਸ ਜੀ ਦਾ ਮਹਾਨ ਪਵਿੱਤਰ ਪ੍ਰਗਟ ਦਿਵਸ ਹੈ, ਇਸ ਲਈ ਅੱਜ ਸ਼ੁਰੂਆਤ ਕਰਾਂਗੇ ਉਹਨਾਂ ਦੇ ਜਨਮ ਤੋਂ ਹੀ। ਜਰਾ ਹੁਣ ਗੌਰ ਕਰਨਾ, ਸਭ ਤੋਂ ਪਹਿਲਾਂ ਸਮਝ ਲਈਏ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਪਿਤਾ ਜੀ ਦਾ ਨਾਮ ਕੀ ਸੀ। ਜਰਾ ਗੌਰ ਕਰਨਾ, ਉਹਨਾਂ ਦੇ ਪਿਤਾ ਜੀ ਦਾ ਨਾਮ ਕੀ ਸੀ? ਸੰਤੋਖ ਦਾਸ ਜੀ। ਸਮਝਦੇ ਹੋ ਕਿ ਨਹੀਂ? ਯਾਨੀ ਸੰਤੋਖ ਦਾਸ, ਬੜੀ ਸਮਝਣ ਵਾਲੀ ਗੱਲ ਹੈ। ਔਰ ਉਹਨਾਂ ਦੇ ਮਾਤਾ ਜੀ ਦਾ ਨਾਮ ਕੀ ਸੀ? ਜਰਾ ਗੌਰ ਕਰਨਾ, ਮਾਤਾ ਕਲਸ਼ਾ। ਬੋਲੋ, ਸਮਝਦੇ ਹੋ ਕਿ ਨਹੀਂ? ਕਲਸਾ। ਇਸ ਲਈ ਜਰਾ ਸਮਝਣਾ ਕਿ ਮਾਤਾ ਪਿਤਾ ਦੇ ਨਾਮ ਦੇ ਅੰਦਰ ਹੀ ਪਹਿਲਾਂ ਬੜਾ ਰਾਜ ਛੁਪਿਆ ਹੋਇਆ ਹੈ। ਪਹਿਲਾਂ ਮਾਤਾ ਪਿਤਾ ਦੇ ਰਾਜ ਨੂੰ ਹੀ ਸਮਝ ਲਈਏ, ਕਿਉਂਕਿ ਜੇ ਇਨਸਾਨ ਚਾਹੁੰਦਾ ਹੈ ਕਿ ਮੇਰੇ ਜੀਵਨ 'ਚ ਉਹ ਪਰਮ ਸ਼ਕਤੀ ਪ੍ਰਗਟ ਹੋਵੇ, ਯਾਨੀ ਮੇਰੇ ਜੀਵਨ 'ਚ ਉਹ ਪਰਮ ਸੁੱਖ, ਪਰਮ ਆਨੰਦ ਪ੍ਰਗਟ ਹੋਵੇ, ਤਾਂ ਮੈਨੂੰ ਪਹਿਲਾਂ ਕਰਨਾ ਕੀ ਪਏਗਾ? ਮੇਰੇ ਅੰਦਰ ਗੁਣ ਕਿਹੜੇ ਚਾਹੀਦੇ ਆ? ਕਿਉਂਕਿ ਸਮਝ ਲਓ ਕਿ ਸ੍ਰੀ ਗੁਰੂ ਰਵਿਦਾਸ ਇੱਕ ਉਹ ਪਰਮ ਸੁੱਖ ਹੈ, ਉਹ ਪਰਮ ਆਨੰਦ ਹੈ। ਹੁਣ ਉਹ ਪ੍ਰਗਟ ਕਿਹਨਾਂ ਦੇ ਜੀਵਨ 'ਚ ਹੋਏਗਾ? ਉਹ ਪਰਮਾਨੰਦ। ਜਿਹਦੇ ਜੀਵਨ 'ਚ ਕੀ ਹੋਏਗਾ? ਯਾਦ ਰੱਖੋ, ਇਸ ਲਈ ਪਿਤਾ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ। ਕੀ ਦੱਸਿਆ? ਸੰਤੋਖ। ਤਾਂ ਹੀ ਤਾਂ ਕਿਹਾ ਜਾਂਦਾ, ਜੇ ਪ੍ਰਮਾਤਮਾ ਨੂੰ ਪਾਣਾ ਹੈ ਨਾ, ਪ੍ਰਭੂ ਨੂੰ ਪਾਣਾ ਹੈ, ਤਾਂ ਸੰਤੋਖ ਵਾਲਾ ਗੁਣ ਤੇਰੇ ਅੰਦਰ ਹੋਣਾ ਬਹੁਤ ਜ਼ਰੂਰੀ ਹੈ। ਪਰ ਅੱਜ ਹੈਰਾਨੀ ਇਹੀ ਹੈ ਕਿ ਇਨਸਾਨ ਅੰਦਰ ਸੰਤੋਖ ਹੀ ਹੈ ਨਹੀਂ। ਜਰਾ ਗੌਰ ਕਰਨਾ, ਇੱਕ ਹੁੰਦਾ ਸਬਰ, ਸ਼ਾਂਤੀ। ਜਰਾ ਗੌਰ ਕਰਨਾ, ਬੰਦੇ ਨੂੰ ਕਹਿੰਦੇ ਸਬਰ ਰੱਖ, ਸ਼ਾਂਤ ਰਹਿ, ਸ਼ੁਕਰ ਕਰ। ਹੁਣ ਸਬਰ, ਸ਼ੁਕਰ, ਸ਼ਾਂਤੀ, ਜਿੱਥੇ ਆਪਾਂ ਤਿੰਨ ਚੀਜ਼ਾਂ ਨੂੰ ਅਲੱਗ-ਅਲੱਗ ਨਾਮ ਦਿੰਦੇ ਆ, ਉੱਥੇ ਜਦੋਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਅਸੀਂ ਮਿਕਸ ਕਰ ਦਿੰਦੇ ਆ ਤਾਂ ਬਣਦਾ ਹੈ ਸੰਤੋਖ। ਜਿਹਦੇ 'ਚ ਸ਼ਾਂਤੀ ਵੀ ਆ ਗਈ, ਸਬਰ ਵੀ ਆ ਗਿਆ, ਔਰ ਨਾਲ ਨਾਲ ਸ਼ੁਕਰ ਵੀ ਆ ਗਿਆ। ਜਿੱਦਾਂ ਬੰਦਾ ਕਹਿੰਦਾ ਨਾ, ਇਹ ਹਰ ਹਾਲਤ ਵਿੱਚ ਰੱਬ ਦਾ ਸ਼ੁਕਰ ਕਰਦਾ, ਬੜਾ ਸੰਤੋਖੀ ਬੰਦਾ ਹੈ, ਬੜਾ ਸੰਤੋਸ਼ ਹੈ ਇਹਦੇ ਅੰਦਰ, ਬੜਾ ਸੰਤੋਖ ਹੈ। ਜਰਾ ਸਮਝਣਾ, ਸ਼ਾਂਤ ਰਹਿੰਦਾ ਹੈ ਔਰ ਹਰ ਚੀਜ਼ ਤੇ ਸਬਰ ਕਰਦਾ ਹੈ। ਜਰਾ ਗੌਰ ਕਰਨ ਵਾਲੀ ਗੱਲ ਹੈ। ਅਗਰ ਇਹ ਤਿੰਨ ਗੁਣ ਇਨਸਾਨ ਆਪਣੇ ਅੰਦਰ ਦੇਖੇ ਕਿ ਅਗਰ ਇਹ ਤਿੰਨ ਗੁਣ ਮੇਰੇ ਜੀਵਨ 'ਚ ਆਣਗੇ, ਤਾਂ ਫੇਰ ਹੀ ਮੇਰੇ ਜੀਵਨ 'ਚ ਉਹ ਪਰਮ ਪ੍ਰਕਾਸ਼ ਆਏਗਾ, ਉਹ ਪਰਮ ਆਨੰਦ ਆਏਗਾ, ਉਹ ਪਰਮ ਖੁਸ਼ੀ ਆਏਗੀ। ਜੇ ਇਹ ਤਿੰਨ ਗੁਣ ਮੇਰੇ ਅੰਦਰ ਨਹੀਂ ਹੈ, ਤਾਂ ਹਾਲੇ ਤੱਕ ਮੈਂ ਉਸ ਪਰਮ ਪ੍ਰਕਾਸ਼ ਨੂੰ ਅਵਤਰਿਤ ਕਰਨ ਦੇ, ਆਪਣੇ ਅੰਦਰ ਧਾਰਨ ਕਰਨ ਦੇ ਲਾਇਕ ਨਹੀਂ ਹੋਇਆ। ਇਸ ਲਈ ਗੁਰੂ ਰਹਿਬਰ ਹਮੇਸ਼ਾ, ਤੁਸੀਂ ਕਿਸੇ ਵੀ ਸੰਤ, ਪੀਰ, ਫਕੀਰ ਦੇ ਬਚਨਾਂ ਨੂੰ ਪੜ੍ਹ ਲਓ, ਇਹ ਗੱਲ ਜ਼ਰੂਰ ਕਹਿਣਗੇ ਕਿ ਸਬਰ ਜ਼ਰੂਰੀ ਹੈ, ਸ਼ੁਕਰ ਜ਼ਰੂਰੀ ਹੈ, ਔਰ ਜੀਵਨ 'ਚ ਸ਼ਾਂਤੀ ਜ਼ਰੂਰੀ ਹੈ। ਔਰ ਇਹਨਾਂ ਤਿੰਨਾਂ ਨੂੰ ਮਿਕਸ ਕਰ ਦਿਓ ਤਾਂ ਸਿੱਧੀ ਗੱਲ ਇੱਕੋ ਹੀ ਕਹਿੰਦਾ ਕਿ ਸੰਤੋਖ ਧਾਰੀ ਬਣ ਭਾਈ, ਸੰਤੋਖ ਰੱਖ। ਤਾਂ ਹੀ ਤਾਂ ਕਹਿੰਦੇ ਨਾ, ਬਿਨ ਤੁਧ ਹੋਰ ਕੀ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖੀਆ। ਕਹਿੰਦੇ ਸੰਤੋਖ, ਉਹ ਨਾਮ ਦੇ ਦੇ ਮੈਨੂੰ, ਕਿ ਮੇਰੇ ਅੰਦਰ ਉਹ ਸ਼ਬਦ ਦੇ ਦੇ ਕਿ ਮੇਰਾ ਮਨ ਸ਼ਾਂਤ ਹੋ ਜਾਵੇ, ਮੇਰਾ ਮਨ ਤ੍ਰਿਪਤ ਹੋ ਜਾਵੇ, ਮੇਰੇ ਮਨ ਦੀਆਂ ਸਾਰੀਆਂ ਭੁੱਖਾਂ ਹੀ ਉਤਰ ਜਾਣ। ਜਿੱਥੇ ਸਬਰ ਹੋਵੇ, ਸ਼ੁਕਰ ਹੋਵੇ, ਔਰ ਹੁਣ ਸ਼ਾਂਤੀ ਹੈ। ਕੋਈ ਕਲਪਨਾ ਨਹੀਂ, ਹੁਣ ਕੋਈ ਜਿੱਦਾਂ ਬੰਦਾ ਕਲਪਦਾ ਰਹਿੰਦਾ, ਹਾਏ ਮੇਰੇ ਕੋ ਆ ਹੈ ਨਹੀਂ, ਹਾਏ ਮੇਰੇ ਕੋ ਉਹ ਹੈ ਨਹੀਂ, ਹੁਣ ਮੇਰੀਆਂ ਸਾਰੀਆਂ ਕਲਪਨਾਵਾਂ ਹੀ ਮੁੱਕ ਗਈਆਂ, ਮੈਂ ਸ਼ਾਂਤੀ ਦੀ ਅਵਸਥਾ 'ਚ ਆ ਗਿਆ। ਇਸ ਲਈ ਜਦੋਂ ਸ਼ਾਂਤੀ ਦੀ ਅਵਸਥਾ ਆਂਦੀ ਹੈ, ਤਾਂ ਫਿਰ ਹੀ ਉਹ ਪ੍ਰਮਾਤਮਾ, ਉਹ ਭਗਵਾਨ ਦੀ ਛਵੀ ਸਾਡੇ ਅੰਦਰੋਂ ਪ੍ਰਗਟ ਹੁੰਦੀ ਹੈ। ਇਹ ਗੱਲ ਹਮੇਸ਼ਾ ਯਾਦ ਰੱਖਣਾ। ਇਸੇ ਲਈ ਤਾਂ ਮਹਾਤਮਾ ਬੁੱਧ ਦੇ ਜੀਵਨ ਦੀ ਇੱਥੇ ਬੜੀ ਪਿਆਰੀ ਸਾਖੀ ਹੈ ਕਿ ਮਹਾਤਮਾ ਬੁੱਧ
ਇੱਕ ਦਿਨ ਆਨੰਦ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਿ ਮਹਾਰਾਜ ਧਿਆਨ ਕਰਨ ਨਾਲ ਕੀ ਹੁੰਦਾ ਹੈ, ਧਿਆਨ ਕਰਨ ਦੇ ਨਾਲ ਕੀ ਹੁੰਦਾ ਹੈ? ਤਾਂ ਉਸਲੇ ਮਹਾਤਮਾ ਬੁੱਧ ਬੋਲੇ ਕੁਛ ਨਹੀਂ। ਕਹਿੰਦੇ ਆਨੰਦ ਸਾਨੂੰ ਪਿਆਸ ਲੱਗੀ ਹੋਈ ਹੈ, ਉਹ ਸਾਹਮਣੇ ਇੱਕ ਤਲਾਅ ਹੈ, ਜਾਂ ਉਹਦੇ ਚੋਂ ਥੋੜਾ ਜਿਹਾ ਪਾਣੀ ਲੈ ਕੇ ਆ ਤਾਂ ਕਿ ਅਸੀਂ ਪਾਣੀ ਪੀ ਕੇ ਆਪਣੀ ਪਿਆਸ ਬੁਝਾ ਸਕੀਏ। ਆਨੰਦ ਨੇ ਲੋਟਾ ਲਿਆ ਔਰ ਪਾਣੀ ਲੈਣ ਵਾਸਤੇ ਚਲਾ ਗਿਆ। ਜਦੋਂ ਪਾਣੀ ਲੈਣ ਵਾਸਤੇ ਗਿਆ, ਸਾਹਮਣੇ ਤਲਾਅ ਸੀ ਔਰ ਤਲਾਅ 'ਚ ਕੁਝ ਜੰਗਲੀ ਜਾਨਵਰ ਪਾਣੀ ਪੀ ਰਹੇ ਸੀ, ਯਾਨੀ ਹਿਰਨ ਸੀ, ਏਦਾਂ ਜੰਗਲੀ ਜਾਨਵਰ ਕੁਝ ਸੀ ਜਿਹੜੇ ਪਾਣੀ ਪੀ ਰਹੇ ਸੀ। ਹੁਣ ਜਦੋਂ ਆਨੰਦ ਲੈਣ ਗਿਆ ਪਾਣੀ, ਤਾਂ ਉਹ ਹਿਰਨ ਉਹਨੂੰ ਦੇਖ ਕੇ ਇੱਕ ਪਾਸੇ ਹੋ ਗਏ, ਦੌੜ ਗਏ। ਔਰ ਆਨੰਦ ਜਦੋਂ ਤਲਾਬ ਦੇ ਵਿੱਚ ਉਤਰਿਆ ਪਾਣੀ ਲੈਣ ਵਾਸਤੇ, ਤਾਂ ਦੇਖਿਆ ਪਾਣੀ ਬੜਾ ਗੰਦਾ ਹੈ, ਕਿਉਂਕਿ ਜਾਨਵਰ ਵਿੱਚ ਦੀ ਦੌੜ ਕੇ ਅੱਗੇ ਚਲੇ ਗਏ। ਪਾਣੀ ਹਿੱਲਿਆ, ਪਾਣੀ ਗੰਦਾ ਹੈ। ਹੁਣ ਆਨੰਦ ਬੜੀ ਕੋਸ਼ਿਸ਼ ਕਰ ਰਿਹਾ, ਹੱਥ ਮਾਰ ਰਿਹਾ ਪਾਣੀ ਨੂੰ ਸਾਫ਼ ਕਰਨ ਦੀ ਖਾਤਰ, ਪਾਣੀ ਨੂੰ ਸਾਫ਼ ਕਰਨ ਦੀ ਖਾਤਰ ਹੱਥ ਮਾਰ ਰਿਹਾ ਹੈ। ਪਰ ਜਿੰਨਾ ਹੱਥ ਮਾਰਦਾ ਉਨਾ ਪਾਣੀ ਹੋਰ ਜ਼ਿਆਦਾ ਗੰਦਾ ਹੋਈ ਜਾ ਰਿਹਾ ਹੈ। ਤਾਂ ਉਸ ਵੇਲੇ ਵਾਪਸ ਆਇਆ, ਕੋਸ਼ਿਸ਼ ਕੀਤੀ, ਪਰ ਜਦੋਂ ਦੇਖਿਆ ਪਾਣੀ ਸਾਫ਼ ਨਹੀਂ ਹੋ ਰਿਹਾ, ਵਾਪਸ ਆਇਆ ਔਰ ਆ ਕੇ ਮਹਾਤਮਾ ਬੁੱਧ ਨੂੰ ਕਹਿਣ ਲੱਗਾ, ਮਹਾਰਾਜ ਉਹ ਤਲਾਅ ਦਾ ਪਾਣੀ ਪੀਣ ਦੇ ਲਾਇਕ ਨਹੀਂ ਹੈ, ਉਹ ਗੰਦਾ ਹੀ ਬੜਾ ਹੈ। ਮਹਾਤਮਾ ਬੁੱਧ ਕਹਿੰਦੇ ਤੂੰ ਦੇਖਿਆ? ਕਹਿੰਦਾ ਹਾਂ ਮੈਂ ਦੇਖਿਆ ਔਰ ਕੋਸ਼ਿਸ਼ ਵੀ ਬੜੀ ਕੀਤੀ ਉਹਨੂੰ ਸਾਫ਼ ਕਰਨ ਦੀ, ਪਰ ਉਹ ਸਾਫ਼ ਹੀ ਨਹੀਂ ਹੋਇਆ। ਮਹਾਤਮਾ ਬੁੱਧ ਕਹਿੰਦੇ ਥੋੜੀ ਦੇਰ ਬੈਠ। ਜਿਸਲੇ ਆਨੰਦ ਬੈਠਾ, 5-10 ਮਿੰਟ ਹੋ ਗਏ ਬੈਠੇ ਨੂੰ, ਮਹਾਤਮਾ ਬੁੱਧ ਕਹਿੰਦੇ ਜਾ ਹੁਣ ਜਾ ਕੇ ਦੇਖ ਪਾਣੀ ਪੀਣ ਦੇ ਲਾਇਕ ਹੈ ਜਾਂ ਨਹੀਂ। ਹੁਣ ਜਦੋਂ ਮਟਕਾ ਲੈ ਕੇ ਗਿਆ, ਯਾਨੀ ਉਹ ਲੋਟਾ ਲੈ ਕੇ ਗਿਆ ਔਰ ਜਾ ਕੇ ਹੁਣ ਤਲਾਬ ਦੇ ਕੋਲ ਦੇਖਿਆ, ਤਾਂ ਹੁਣ ਪਾਣੀ ਬੜਾ ਸਾਫ਼ ਹੈ। ਹੁਣ ਉਹਨਾਂ ਪਾਣੀ ਜਦੋਂ ਮਟਕੇ ਉਹ 'ਚ ਲੋਟੇ 'ਚ ਭਰਿਆ, ਤਾਂ ਪਾਣੀ ਬੜਾ ਸਾਫ਼ ਹੈ। ਲੈ ਕੇ ਆਇਆ ਮਹਾਤਮਾ ਬੁੱਧ ਦੇ ਕੋਲ, ਕਹਿੰਦਾ ਲੋ ਮਹਾਰਾਜ। ਮਹਾਤਮਾ ਬੁੱਧ ਕਹਿੰਦੇ ਆਨੰਦ ਹੁਣ ਪਾਣੀ ਕਿੱਥੋਂ ਲੈ ਕੇ ਆਇਆ? ਕਹਿੰਦਾ ਜੀ ਉਸੇ ਤਲਾਬ ਚੋਂ। ਕਹਿੰਦੇ ਤੂੰ ਤਾਂ ਕਹਿੰਦਾ ਸੀ ਉਹ ਤਲਾਬ ਦਾ ਪਾਣੀ ਬੜਾ ਗੰਦਾ ਹੈ, ਪੀਣ ਦੇ ਲਾਇਕ ਨਹੀਂ ਹੈ, ਹੁਣ ਕਿੱਥੋਂ ਮਿਲਿਆ? ਹੁਣ ਕਿੱਥੋਂ ਮਿਲਿਆ? ਕਹਿੰਦਾ ਮਹਾਰਾਜ ਉਸੇ ਤਲਾਬ ਚੋਂ ਮਿਲਿਆ। ਕਹਿੰਦੇ ਪਹਿਲਾਂ ਗੰਦਾ ਕਿਉਂ ਸੀ ਔਰ ਹੁਣ ਸਾਫ਼ ਕਿਉਂ ਹੈ? ਕੁਝ ਪਤਾ ਹੈ ਤੈਨੂੰ? ਆਨੰਦ ਨੇ ਕਿਹਾ ਮੈਨੂੰ ਲੱਗਦਾ ਹੈ ਪਹਿਲਾਂ ਉੱਥੇ ਜਾਨਵਰ ਸੀ ਜਿਹੜੇ ਮੈਨੂੰ ਦੇਖ ਕੇ ਦੌੜੇ, ਉਹਨਾਂ ਦੀ ਵਜ੍ਹਾ ਨਾਲ ਪਾਣੀ ਹਿੱਲ ਗਿਆ ਔਰ ਜਿਹੜੀ ਮਿੱਟੀ ਸੀ ਉੱਪਰ ਆ ਗਈ, ਔਰ ਫਿਰ ਮੈਂ ਉਹਨੂੰ ਹਿਲਾ ਕੇ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਪਾਣੀ ਹੋਰ ਜ਼ਿਆਦਾ ਗੰਦਲਾ ਹੋ ਗਿਆ। ਔਰ ਮਹਾਰਾਜ ਹੁਣ ਮੈਂ ਤੁਹਾਡੇ ਕੋਲ ਥੋੜੀ ਦੇਰ ਰੁਕਿਆ, ਬੈਠਾ, ਔਰ ਜਦੋਂ ਵਾਪਸ ਜਾ ਕੇ ਦੇਖਿਆ ਤਾਂ ਮਿੱਟੀ ਥੱਲੇ ਬੈਠ ਚੁੱਕੀ ਸੀ ਔਰ ਪਾਣੀ ਪੂਰਾ ਸਾਫ਼ ਹੋ ਚੁੱਕਾ ਸੀ, ਸਾਫ਼ ਹੋ ਚੁੱਕਾ ਸੀ ਪਾਣੀ। ਇਸ ਲਈ ਜਿੱਥੇ ਪਹਿਲਾਂ ਗੰਦਾ ਸੀ ਹੁਣ ਉਹੀ ਪਾਣੀ ਸਾਫ਼ ਹੋ ਗਿਆ ਔਰ ਪੀਣ ਦੇ ਲਾਇਕ ਹੋ ਗਿਆ। ਮਹਾਤਮਾ ਬੁੱਧ ਕਹਿੰਦੇ ਬਸ ਆਨੰਦ ਤੂੰ ਸਾਨੂੰ ਪੁੱਛ ਰਿਹਾ ਕਿ ਧਿਆਨ ਦਾ ਮਤਲਬ ਕੀ ਹੈ, ਮੈਡੀਟੇਸ਼ਨ ਜਾਂ ਧਿਆਨ ਕਿਉਂ ਕੀਤਾ ਜਾਂਦਾ ਹੈ? ਉਹ ਕਹਿੰਦੇ ਇਸੇ ਤਰ੍ਹਾਂ। ਜ਼ਰਾ ਹੁਣ ਧਿਆਨ ਦੇਣਾ, ਮਹਾਤਮਾ ਬੁੱਧ ਨੇ ਕੀ ਸਮਝਾਇਆ ਕਿ ਧਿਆਨ ਦੇ ਵਿੱਚ ਵੀ ਜਦੋਂ ਇਨਸਾਨ ਸ਼ਾਂਤ ਹੋ ਕੇ ਬੈਠਣਾ ਸਿੱਖ ਲੈਂਦਾ ਹੈ, ਹੁਣ ਯਾਦ ਰੱਖੋ ਜਿੰਨਾ ਸਾਡਾ ਮਨ ਦੌੜਦਾ ਹੈ ਨਾ, ਸਾਡਾ ਮਨ ਜਿੰਨੇ ਵਿਚਾਰ ਕਰਦਾ ਹੈ, ਉਨਾ ਹੀ ਸਾਡਾ ਅੰਦਰਲਾ ਮਨ ਰੂਪੀ ਦਰਪਣ ਗੰਦਲਾ ਰਹਿੰਦਾ ਹੈ। ਔਰ ਜੇ ਗੰਦਲਾ ਹੋਵੇ ਤਾਂ ਨਾ ਉਹ ਪੀਣ ਦੇ ਲਾਇਕ ਹੁੰਦਾ ਹੈ ਤਾਂ ਨਾ ਸ਼ਕਲ ਦੇਖਣ ਦੇ। ਪਰ ਜਿੱਦਾਂ ਹੀ ਇਨਸਾਨ ਸ਼ਾਂਤ ਹੋ ਕੇ ਬੈਠਣਾ ਸਿੱਖ ਲੈਂਦਾ ਹੈ ਤਾਂ ਜਿੰਨੀ ਵਿਚਾਰਾਂ ਦੀ ਗੰਦਗੀ ਹੁੰਦੀ ਉਹ ਸਾਰੀ ਥੱਲੇ ਬੈਠ ਜਾਂਦੀ ਔਰ ਮਨ ਇਹੀ ਸਾਫ਼ ਔਰ ਪਵਿੱਤਰ ਹੋ ਜਾਂਦਾ ਹੈ। ਇਹੀ ਤਾਂ ਧਿਆਨ ਜਾਂ ਮੈਡੀਟੇਸ਼ਨ ਕਰਮ ਕਰਦਾ ਹੈ ਕਿ ਸਾਡੇ ਅੰਦਰਲੀਆਂ ਬੁਰਾਈਆਂ ਨੂੰ ਸਾਫ਼ ਕਰਦਾ ਹੈ। ਸਮਝ ਆ ਰਹੀ ਕਿ ਨਹੀਂ? ਤਾਂ ਹੀ ਅਸੀਂ ਕਿਹਾ ਥੋੜਾ ਬੈਠਣ ਦੀ ਕਲਾ ਸਿੱਖਿਆ ਕਰੋ ਕਿ ਅਸੀਂ ਮੈਡੀਟੇਸ਼ਨ ਕਰਨਾ ਹੈ, ਧਿਆਨ ਕਰਨਾ ਹੈ, ਆਪਣੀ ਸੁਰਤੀ ਨੂੰ ਆਪਣੇ ਮਾਲਿਕ ਨਾਲ ਜੋੜਨਾ ਹੈ। ਕਿਉਂਕਿ ਯਾਦ ਰੱਖੋ ਜਦੋਂ ਆਪਣੇ ਮਾਲਿਕ ਨਾਲ ਆਪਣੀ ਸੁਰਤੀ ਨੂੰ ਜੋੜੋਗੇ ਤਾਂ ਫਿਰ ਤੁਹਾਡੇ ਜੀਵਨ 'ਚ ਖੁਸ਼ੀਆਂ, ਫਿਰ ਤੁਹਾਡੇ ਜੀਵਨ 'ਚ ਆਨੰਦ, ਫਿਰ ਤੁਹਾਡੇ ਜੀਵਨ 'ਚ ਉਹ ਸ਼ਾਂਤੀ ਆਏਗੀ ਕਿ ਤੁਹਾਨੂੰ ਕਿਸੇ ਕੋਲ ਮੰਗਣ ਦੀ ਲੋੜ ਨਹੀਂ ਪਏਗੀ, ਉਹ ਪ੍ਰਮਾਤਮਾ ਆਪ ਦੇਵੇਗਾ, ਤੁਹਾਨੂੰ ਆਪ ਤੁਹਾਡੇ ਤੱਕ ਪਹੁੰਚੇਗੀ। ਅੱਜ ਇਨਸਾਨ ਸੁੱਖ ਸ਼ਾਂਤੀ ਆਨੰਦ ਵਾਸਤੇ ਬਾਹਰ ਦੌੜਦਾ ਹੈ, ਪਰ ਜਿੱਥੇ ਆਨੰਦ ਹੈ, ਸ਼ਾਂਤੀ ਹੈ, ਉੱਥੇ ਮਿਹਨਤ ਕਰਨ ਦੀ ਇਨਸਾਨ ਕੋਸ਼ਿਸ਼ ਨਹੀਂ ਕਰਦਾ। ਇੱਕ ਬਹੁਤ ਵੱਡੇ ਫਕੀਰ ਹੋਏ ਹੈ ਜਿਨ੍ਹਾਂ ਦਾ ਨਾਮ ਸੀ ਸ਼ੇਖ ਮਗਰਬੀ। ਕੀ ਨਾਮ ਸੀ? ਸ਼ੇਖ ਮਗਰਬੀ। ਬਹੁਤ ਵੱਡੇ ਫਕੀਰ। ਇੱਕ ਦਿਨ ਰਾਤ ਨੂੰ ਉਹ ਸੁੱਤੇ ਪਏ ਹੈ, ਯਾਨੀ ਸੁੱਤੇ ਪਏ ਆ ਉਹ ਰਾਤ ਨੂੰ ਖਾਬ ਦੇਖਦੇ, ਯਾਨੀ ਇੱਕ ਦਿਨ ਰਾਤ ਦਾ ਸਮਾਂ ਸੋ ਰਹੇ ਹੈ, ਉਹ ਰਾਤ ਨੂੰ ਸੁਪਨਾ ਦੇਖਦੇ ਆ, ਖਾਬ ਦੇਖਦੇ ਆ। ਖਾਬ 'ਚ ਕੀ ਦੇਖਦੇ ਆ? ਜਦੋਂ ਸਵੇਰ ਦਾ ਵੇਲਾ ਹੋਇਆ, ਅੰਮ੍ਰਿਤ ਵੇਲਾ ਜਿਹਨੂੰ ਕਿਹਾ ਜਾਂਦਾ, ਉਹਨਾਂ ਨੂੰ ਖਾਬ ਆਇਆ, ਸੁਪਨਾ ਆਇਆ। ਸੁਪਨੇ 'ਚ ਕੀ ਦੇਖਿਆ ਉਹਨਾਂ ਨੇ? ਕਿ ਹਜ਼ੂਰ ਮੁਹੰਮਦ ਆਏ ਹੈ। ਕੌਣ ਆਇਆ ਹੈ? ਹਜ਼ੂਰ ਮੁਹੰਮਦ ਉਹਦੇ ਸੁਪਨੇ 'ਚ ਆਏ ਹੈ।
ਔਰ ਆ ਕੇ ਉਹਨੂੰ ਕਹਿੰਦੇ ਐ ਮਗਰਬੀ। ਮਗਰਬੀ ਨੇ ਦੇਖਿਆ ਹਜ਼ੂਰ ਨੂੰ, ਹੱਥ ਜੋੜ ਲਏ, ਕਹਿੰਦੇ ਹਜ਼ੂਰ ਅੱਜ ਤਾਂ ਮੇਰੀ ਈਦ ਹੋ ਗਈ, ਮੇਰਾ ਹੱਜ ਹੋ ਗਿਆ, ਕਿਉਂਕਿ ਅੱਜ ਮੈਨੂੰ ਨਬੀ ਪਾਕ ਦਾ ਦੀਦਾਰ ਹੋ ਗਿਆ, ਦਰਸ਼ਨ ਹੋ ਗਿਆ। ਮੁਰਸ਼ਦ ਦਾ ਦੀਦਾਰ ਹੋ ਜਾਵੇ ਤਾਂ ਲੱਖਾਂ ਹੱਜਾਂ ਦੇ ਬਰਾਬਰ ਹੁੰਦਾ ਹੈ। ਕਹਿੰਦੇ ਨਾ ਦੀਦਾਰ ਮੇਰੇ ਮੁਰਸ਼ਦ ਦਾ ਬਾਹੂ, ਮੈਨੂੰ ਲੱਖ ਕਰੋੜਾਂ ਹੱਜਾਂ ਹੋ। ਕਿ ਅੱਜ ਹਜ਼ੂਰ ਮੇਰੇ ਸੁਪਨੇ ਚ ਆਏ, ਮੇਰੇ ਖਾਬ ਚ ਆਏ, ਮੇਰਾ ਤਾਂ ਹੱਜ ਹੋ ਗਿਆ। ਹਜ਼ੂਰ ਮੇਰੇ ਧੰਨ ਪਾਕ, ਤੁਸੀਂ ਮੈਨੂੰ ਦੀਦਾਰ ਦਿੱਤਾ, ਤੁਸੀਂ ਮੈਨੂੰ ਦਰਸ਼ਨ ਦਿੱਤਾ, ਅੱਜ ਮੇਰੇ ਖਾਬ ਚ ਆਏ, ਪਹਿਲੀ ਵਾਰ ਹਜ਼ੂਰ ਮੇਰੇ ਖਾਬ ਚ ਆਏ। ਕਿਉਂਕਿ ਦੱਸਿਆ ਹਜ਼ੂਰ, ਜਦੋਂ ਦੇਖਿਆ ਹਜ਼ੂਰ ਮੈਂ ਧੰਨ ਹੋ ਗਿਆ। ਤਾਂ ਉਹਲੇ ਹਜ਼ੂਰ ਕਹਿੰਦੇ ਹੈ ਮਗਰਬੀ ਅਸੀਂ ਇੱਕ ਖਾਸ ਮਕਸਦ ਵਾਸਤੇ ਤੇਰੇ ਕੋਲ ਆਏ ਹਾਂ। ਉਹ ਕਹਿੰਦਾ ਜੀ ਕਿਹੜਾ ਮਕਸਦ ਹੈ ਹਜ਼ੂਰ ਦਾ, ਦੱਸੋ, ਹੁਕਮ ਕਰੋ। ਉਹ ਕਹਿੰਦੇ ਇਸ ਸ਼ਹਿਰ ਦਾ ਜੋ ਦਰੋਗਾ ਹੈ, ਦਰੋਗਾ ਯਾਨੀ ਥਾਣੇਦਾਰ, ਉਹ ਤੇਰਾ ਮੁਰੀਦ ਹੈ। ਮੁਰੀਦ ਸਮਝਦੇ ਹੋ ਨਾ ਤੁਸੀਂ, ਤੈਨੂੰ ਮੰਨਣ ਵਾਲਾ ਹੈ। ਕਿਉਂਕਿ ਸ਼ੇਖ ਮਗਰਬੀ ਇੱਕ ਬਹੁਤ ਬੜੇ ਫਕੀਰ ਸੀ ਔਰ ਹਜ਼ਾਰਾਂ ਹੀ ਉਹਨਾਂ ਨੂੰ ਮੰਨਣ ਵਾਲੇ ਸੀ। ਉਹ ਕਹਿੰਦੇ ਇਸ ਸ਼ਹਿਰ ਦਾ ਜੋ ਦਰੋਗਾ ਹੈ, ਥਾਣੇਦਾਰ ਹੈ, ਉਹ ਤੇਰਾ ਮੁਰੀਦ ਹੈ, ਤੇਰਾ ਸ਼ਾਗਿਰਦ ਹੈ। ਔਰ ਉਸ ਥਾਣੇਦਾਰ ਨੇ ਅੱਜ ਸ਼ਾਮ ਨੂੰ ਹੀ ਸਾਡੇ ਗੁਲਾਮ ਨੂੰ ਪਕੜਿਆ ਹੈ ਔਰ ਫੜ ਕੇ ਜੇਲ੍ਹ 'ਚ ਬੰਦ ਕੀਤਾ ਹੈ। ਜ਼ਰਾ ਸਮਝਣਾ ਕਿ ਸਾਡੇ ਗੁਲਾਮ ਨੂੰ, ਜੋ ਸਾਡਾ ਨਾਮ ਲੈਣ ਵਾਲਾ ਸੀ, ਉਹਨੂੰ ਪਕੜ ਕੇ ਜੇਲ੍ਹ 'ਚ ਬੰਦ ਕੀਤਾ ਹੈ। ਔਰ ਹੁਣੇ ਹੀ ਚਲਾ ਜਾ ਔਰ ਜਾ ਕੇ ਮੇਰੇ ਉਸ ਗੁਲਾਮ ਨੂੰ ਉੱਥੋਂ ਛੁੜਾ। ਕੀ ਕਿਹਾ? ਉਸ ਗੁਲਾਮ ਨੂੰ ਉੱਥੋਂ ਕੈਦ 'ਚੋਂ ਛੁੜਾ। ਔਰ ਯਾਦ ਰੱਖ, ਇਹ ਹੁਕਮ ਮੇਰਾ ਨਹੀਂ ਹੈ, ਇਹ ਹੁਕਮ ਖੁਦਾ ਦਾ ਹੈ। ਖੁਦਾ ਨੇ ਮੈਨੂੰ ਹੁਕਮ ਕੀਤਾ ਤਾਂ ਮੈਂ ਖੁਦਾ ਦਾ ਹੁਕਮ ਤੈਨੂੰ ਸੁਣਾ ਰਿਹਾ ਹਾਂ। ਤੇ ਹੁਣੇ ਹੀ ਜਾ ਔਰ ਜਾ ਕੇ ਉਹ ਦਰੋਗਾ ਨੂੰ ਕਹਿ ਇਹ ਅੱਲਾ ਦਾ ਆਸ਼ਿਕ ਹੈ ਔਰ ਇਹਨੂੰ ਛੱਡ ਹੁਣੇ। ਕਹਿੰਦੇ ਇੰਨੀ ਗੱਲ ਕਹਿ ਕੇ ਹਜ਼ੂਰ ਚਲੇ ਗਏ। ਸ਼ੇਖ ਮਗਰਬੀ ਦੀ ਜਦੋਂ ਅੱਖ ਖੁੱਲੀ ਉਸੇ ਵੇਲੇ, ਤਾਂ ਇੱਕ ਤਾਂ ਖੁਸ਼ੀ ਇੰਨੀ ਸੀ ਕਿ ਮੈਨੂੰ ਹਜ਼ੂਰ ਦਾ ਦੀਦਾਰ ਹੋਇਆ, ਔਰ ਦੂਸਰਾ ਅੰਦਰ ਇਹ ਵੀ ਸੀ ਕਿ ਐਸਾ ਕਿਹੜਾ ਹੈ ਕਿ ਜਿਹਨੂੰ ਬਚਾਉਣ ਵਾਸਤੇ, ਛੁਡਾਉਣ ਵਾਸਤੇ ਹਜ਼ੂਰ ਆਪ ਆਏ, ਖੁਦਾ ਨੇ ਆਪ ਹੁਕਮ ਕੀਤਾ। ਉਹ ਕਿਹੜਾ ਇਦਾਂ ਦਾ ਆਸ਼ਿਕ ਹੈ? ਇੱਕ ਵਾਰ ਦੇਖਾਂ ਵੀ ਤਾਂ ਸਹੀ ਜਾ ਕੇ ਉਹਨੂੰ, ਕਿਉਂਕਿ ਬੰਦੇ ਨੂੰ ਹੁੰਦਾ ਹੈ ਕਿ ਦੇਖਣਾ ਚਾਹੀਦਾ ਹੈ ਇਦਾਂ ਦਾ ਕਿਹੜਾ ਆਸ਼ਿਕ ਹੈ ਜਿਹਨੂੰ ਛੁਡਾਉਣ ਦਾ ਹੁਕਮ ਖੁਦਾ ਹਜ਼ੂਰ ਨੂੰ ਦਿੰਦਾ ਹੈ ਤਾਂ ਹਜ਼ੂਰ ਮੈਨੂੰ ਦਿੰਦੇ ਆ। ਤਾਂ ਸ਼ੇਖ ਮਗਰਬੀ ਆਪਣੀ ਕਿਤਾਬ 'ਚ ਲਿਖਦੇ ਐ ਕਿ ਮੈਂ ਜੁੱਤੀ ਪਾਣਾ ਵੀ ਭੁੱਲ ਗਿਆ, ਸਿਰ ਤੇ ਪਗੜੀ ਬੰਨਣਾ, ਇਮਾਮਾ ਬੰਨਣਾ ਵੀ ਭੁੱਲ ਗਿਆ, ਨੰਗੇ ਪੈਰੀ ਮੈਂ ਤੁਰ ਪਿਆ ਥਾਣੇਦਾਰ ਦੇ ਘਰ ਦੀ ਤਰਫ। ਉਹ ਕੋਤਵਾਲ ਜਿਹੜਾ ਸੀ ਥਾਣੇਦਾਰ, ਉਹਦੇ ਘਰ ਦੀ ਤਰਫ, ਕਿਉਂਕਿ ਹਲੇ ਤੜਕੇ ਦਾ ਸਮਾਂ ਸੀ, ਸਵੇਰ ਹੋਣ ਨੂੰ ਟਾਈਮ ਸੀ। ਸਿੱਧਾ ਘਰ ਜਾ ਕੇ ਦਰਵਾਜ਼ਾ ਖੜਕਾਇਆ। ਜਦੋਂ ਉਹਨੇ ਦਰਵਾਜ਼ਾ ਖੋਲ ਕੇ ਦੇਖਿਆ ਕਿ ਮੇਰੇ ਪੀਰੋ ਮੁਰਸ਼ਦ ਮੇਰੇ ਘਰ 'ਚ ਖੜੇ ਹੋ ਵੀ ਨੰਗੇ ਪੈਰੀ, ਉਹ ਤਾਂ ਘਬਰਾ ਗਿਆ ਕਿ ਹਜ਼ਰਤ ਕੀ ਗੱਲ ਹੋ ਗਈ, ਇਦਾਂ ਦੀ ਕਿਹੜੀ ਐਮਰਜੈਂਸੀ ਆ ਗਈ? ਕਿਉਂਕਿ ਇੱਥੇ ਐਮਰਜੈਂਸੀ ਅਸੀਂ ਕਹਿ ਰਹੇ ਹਾਂ, ਜਿਹਦਾ ਬੰਦਾ ਬਾਅਦ ਚੋਂ ਸਵਾਲ ਕਰੇ ਉਹਨਾਂ ਨੇ ਐਮਰਜੈਂਸੀ ਕਿਹਾ ਸੀ ਕਿ ਇਦਾਂ ਦੀ ਕਿਹੜੀ, ਇਦਾਂ ਦੀ ਕੀ ਵਜ੍ਹਾ ਹੋ ਗਈ ਕਿ ਹਜ਼ੂਰ ਨੰਗੇ ਪੈਰੀ, ਸਿਰ ਤੇ ਇਮਾਮਾ ਵੀ ਹੈ ਨਹੀਂ, ਔਰ ਇਸ ਵੇਲੇ ਸਵੇਰ ਦੇ ਵੇਲੇ ਮੇਰੇ ਘਰ ਆ ਗਏ, ਮੈਨੂੰ ਹੁਕਮ ਕਰਦੇ ਮੈਂ ਆ ਜਾਂਦਾ। ਤਾਂ ਉਸ ਲਈ ਸ਼ੇਖ ਮਗਰਬੀ ਨੇ ਕਿਹਾ ਕੀ ਕਰੀਏ, ਹੁਕਮ ਹੀ ਉੱਥੋਂ ਆਇਆ ਸੀ ਕਿ ਮੈਨੂੰ ਆਣਾ ਪੈ ਗਿਆ, ਫਿਰ ਜੁੱਤੀ ਪਾਉਣ ਦਾ ਕਿੱਥੇ ਸਮਾਂ ਲੱਗਦਾ ਹੈ। ਤਾਂ ਉਹਨਾਂ ਕਿਹਾ ਹਜ਼ੂਰ ਦੱਸੋ ਕੀ ਹੁਕਮ ਹੈ? ਉਹ ਕਹਿੰਦੇ ਦੱਸ, ਸ਼ਾਮੀ ਤੂੰ ਕਿਸੇ ਨੂੰ ਪਕੜਿਆ ਸੀ? ਤਾਂ ਉਸ ਲਈ ਉਹਨਾਂ ਕਿਹਾ ਹਾਂ, ਕੋਈ ਮਸਤ ਜਿਹਾ ਸੀ, ਕੋਈ ਮਸਤ ਜਿਹਾ ਆਦਮੀ ਸੀ, ਬਥੇਰਾ ਪੁੱਛਿਆ ਤੂੰ ਕੌਣ ਹੈ, ਕੁਝ ਬੋਲਦਾ ਹੀ ਨਹੀਂ ਸੀ। ਸ਼ੱਕ ਉੱਤੇ ਹੋਈ, ਸ਼ੰਕਾ ਹੋਈ ਕਿ ਬੋਲਦਾ ਵੀ ਹੈ ਨਹੀਂ, ਮਸਤ ਹੀ ਹੈ, ਕਿਤੇ ਕੋਈ ਚੋਰ ਹੀ ਨਾ ਹੋਵੇ। ਫੜ ਕੇ ਅਸੀਂ ਉਹਨੂੰ ਆਪਣੇ ਥਾਣੇ ਦੀ ਜੇਲ੍ਹ 'ਚ ਬੰਦ ਕੀਤਾ, ਕੋਤਵਾਲੀ ਦੇ ਅੰਦਰ ਬੰਦ ਕੀਤਾ ਉਸਨੂੰ। ਜਦੋਂ ਪੁੱਛਦੇ ਸੀ ਤਾਂ ਬੋਲਦਾ ਕੁਛ ਨਹੀਂ ਸੀ, ਬਸ ਇੱਕੋ ਹੀ ਗੱਲ ਕਹਿੰਦਾ ਸੀ, ਕਰ ਲੈ ਬੰਦ, ਕੋਈ ਨਹੀਂ, ਆ ਜਾਣਾ ਮੈਨੂੰ ਛੁਡਾਉਣ ਵਾਲੇ ਨੇ, ਤੂੰ ਕਰ ਲੈ ਬੰਦ, ਮੈਨੂੰ ਛੁਡਾਉਣ ਵਾਲਾ ਵੀ ਆਏਗਾ, ਆ ਜਾਣਾ ਹੈ। ਕਹਿੰਦਾ ਬਸ ਇੱਕੋ ਹੀ ਗੱਲ ਕਹਿੰਦਾ ਸੀ, ਤੂੰ ਕਰ ਲੈ ਬੰਦ, ਮੈਨੂੰ ਛੁਡਾਉਣ ਵਾਲਾ ਆਏਗਾ। ਤਾਂ ਸ਼ੇਖ ਮਗਰਬੀ ਕਹਿੰਦੇ ਲੈ ਮੈਂ ਆ ਗਿਆ ਉਹਨੂੰ ਛੁਡਾਉਣ ਵਾਸਤੇ ਭਾਈ, ਜਾ ਕੇ ਹੁਣੇ ਹੀ ਛੱਡ ਉਹਨੂੰ, ਹੁਣੇ ਹੀ ਚੱਲ ਮੇਰੇ ਨਾਲ, ਕਿਉਂਕਿ ਸਿੱਧਾ ਮੈਂ ਤੇਰੇ ਕੋਲ ਇੱਥੇ ਤਾਂ ਆਇਆ, ਜੇ ਸਿੱਧਾ ਉੱਥੇ ਜਾਂਦਾ ਤਾਂ ਰਾਤ ਨੂੰ, ਜਿੱਦਾਂ ਹੁਣ ਬੰਦੇ ਨੂੰ ਪਤਾ ਹੀ ਹੈ ਕਿ ਥਾਣੇ 'ਚ ਸਿਪਾਹੀ ਹੁੰਦੇ ਤਾਂ ਸਿਪਾਹੀ ਨੇ ਕਹਿਣਾ ਜੀ ਥਾਣੇਦਾਰ ਨੂੰ ਪੁੱਛੇ ਤੋਂ ਬਿਨਾਂ ਕਿੱਦਾਂ ਛੱਡ ਦੇਵਾਂ, ਆਪਣੇ ਅਫਸਰ ਨੂੰ ਪੁੱਛੇ ਤੋਂ ਬਿਨਾਂ ਕਿੱਦਾਂ ਛੱਡ ਦੇਵਾਂ, ਇਹਲੇ ਚੱਲ ਹੁਣੇ ਮੇਰੇ ਨਾਲ। ਕਹਿੰਦੇ ਥਾਣੇਦਾਰ ਨੂੰ ਨਾਲ ਲੈ ਕੇ ਕੋਤਵਾਲੀ ਗਏ ਉਹ ਜੇਲਰ ਨੂੰ, ਔਰ ਜਾ ਕੇ ਉਸ ਜੇਲਰ ਨੇ ਆਪਣੇ ਮੁਰਸ਼ਦ ਦੇ ਹੁਕਮ ਨੂੰ ਮੰਨ ਕੇ ਉਹਨੂੰ ਕੈਦ 'ਚੋਂ ਬਾਹਰ ਛੱਡਿਆ, ਯਾਨੀ ਕੱਢਿਆ ਬਾਹਰ।
ਛੱਡ ਦਿੱਤਾ, ਦਰਵਾਜ਼ਾ ਖੋਲ ਦਿੱਤਾ। ਇੱਧਰ ਉਹ ਵੀ ਰੱਬ ਦਾ ਆਸ਼ਿਕ ਜਦੋਂ ਕੋਤਵਾਲੀ ਚੋਂ ਨਿਕਲਿਆ, ਕੋਲ ਹੀ ਸ਼ੇਖ ਮਗਰਬੀ ਖੜੇ ਸੀ, ਉਹਨੇ ਉੱਧਰ ਦੇਖਿਆ ਹੀ ਨਹੀਂ ਤਾਂ ਹੋਣਾ ਤਾਂ ਕੀ ਚਾਹੀਦਾ ਸੀ ਕਿ ਜਿਹੜਾ ਬੰਦੇ ਨੂੰ ਛੁਡਾਉਣ ਆਉਂਦਾ ਬੰਦਾ ਬਾਹਰ ਨਿਕਲਦਾ ਹੈ, ਧੰਨਵਾਦ ਕਰਦਾ ਕਿ ਤੁਹਾਡਾ ਧੰਨਵਾਦ, ਤੁਹਾਡੀ ਮਿਹਰਬਾਨੀ, ਤੁਸੀਂ ਅੱਧੀ ਰਾਤ ਨੂੰ ਜਾਂ ਤੜਕੇ ਵੇਲੇ ਮੈਨੂੰ ਛੁਡਾਉਣ ਵਾਸਤੇ ਆਏ। ਬੰਦਾ ਪੁੱਛਦਾ ਹੀ ਆ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਮਹਾਰਾਜ ਤੁਹਾਡੀ ਬਹੁਤ। ਪਰ ਉਹਨੇ ਨਾ ਥੈਂਕ ਯੂ ਕਿਹਾ, ਯਾਨੀ ਸ਼ੁਕਰੀਆ ਕੀਤਾ, ਤਾਂ ਨਾ ਹੀ ਕੋਈ ਮਿਹਰਬਾਨੀ ਕਹੀ, ਇੱਥੇ ਤੱਕ ਪੁੱਛਿਆ ਵੀ ਨਹੀਂ, ਔਰ ਇੱਕ ਪਾਸੇ ਤੁਰ ਪਿਆ। ਹੁਣ ਥਾਣੇਦਾਰ ਤਾਂ ਖੜਾ ਹੈ, ਪਰ ਸ਼ੇਖ ਮਗਰਬੀ ਨੇ ਦੇਖਿਆ ਕਿ ਹੈ ਕੌਣ, ਆਖਰ ਹੈ ਕੌਣ। ਔਰ ਜਦ ਤੱਕ ਮੈਂ ਇਹ ਜਾਣ ਨਹੀਂ ਲੈਂਦਾ ਉਦੋਂ ਤੱਕ ਮੈਂ ਵੀ ਇਹਦਾ ਪਿੱਛਾ ਨਹੀਂ ਛੱਡਣਾ। ਕਹਿੰਦੇ ਉਹ ਵੀ ਨੰਗੇ ਪੈਰੀ ਉਹ ਮਗਰ ਤੁਰ ਪਏ ਕਿ ਜਾਣ ਕੇ ਤਾਂ ਮੈਂ ਵੀ ਰਹਿਣਾ। ਇਹ ਹੈ ਕੌਣ, ਇਦਾਂ ਦਾ ਕਿਹੜਾ ਆਸ਼ਿਕ ਹੋ ਗਿਆ ਕਿ ਖੁਦਾ ਆਪਣੇ ਨਬੀ ਨੂੰ ਹੁਕਮ ਕਰਦਾ ਤੇ ਨਬੀ ਮੈਨੂੰ ਹੁਕਮ ਕਰਦੇ ਕਿ ਜਾ ਕੇ ਛੁਡਾ ਉਹਨੂੰ। ਇਹਦੀ ਹਕੀਕਤ ਜਾਣੇ ਤੋਂ ਬਿਨਾਂ ਤਾਂ ਮੈਂ ਵੀ ਇਹਦਾ ਪਿੱਛਾ ਨਹੀਂ ਛੱਡਣਾ, ਕਿਉਂਕਿ ਪਤਾ ਨਹੀਂ ਫਿਰ ਹੱਥ ਆਵੇ ਨਾ ਆਵੇ। ਇਸ ਲਈ ਸ਼ੇਖ ਮਗਰ ਵੀ ਮਗਰ ਤੁਰ ਪਏ। ਉਹਨੇ ਵੀ ਦੇਖ ਲਿਆ ਮਗਰ ਆਂਦੇ ਆ, ਪਰ ਰੁਕਿਆ ਨਹੀਂ। ਨਗਰ ਤੋਂ ਬਾਹਰ ਜੰਗਲ ਦੀ ਤਰਫ ਚਲਾ ਗਿਆ ਤਾਂ ਸ਼ੇਖ ਮਗਰਬੀ ਵੀ ਨੰਗੇ ਪੈਰੀ ਉਹਦੇ ਮਗਰ ਜੰਗਲ ਦੀ ਤਰਫ ਜਾ ਰਹੇ ਹੈ। ਜਦੋਂ ਦੇਖਿਆ ਕਿ ਹੁਣ ਅੱਗੇ ਜੰਗਲ ਹੈ, ਜੰਗਲ ਵਿੱਚ ਕਿਤੇ ਗਵਾਚ ਹੀ ਨਾ ਜਾਵੇ, ਇਸ ਲਈ ਉਹਨਾਂ ਨੇ ਆਵਾਜ਼ ਮਾਰੀ ਸ਼ੇਖ ਮਗਰਬੀ ਨੇ ਕਿ ਰੁਕੋ ਇੱਕ ਮਿੰਟ, ਯਾਨੀ ਇੱਕ ਪਲ ਰੁਕੋ, ਮੈਂ ਕੁਝ ਅਰਜ਼ ਕਰਨਾ ਚਾਹੁੰਦਾ ਹਾਂ। ਉਹ ਆਦਮੀ ਰੁਕਿਆ, ਮਗਰਬੀ ਵੱਲ ਦੇਖਿਆ, ਕਹਿੰਦੇ ਹਾਂ ਦੱਸੋ। ਉਹ ਕਹਿੰਦੇ ਜੀ ਮੈਂ ਸ਼ੇਖ ਮਗਰਬੀ ਹਾਂ, ਇਮਾਮ ਮਗਰਬੀ। ਉਹ ਕਹਿੰਦਾ ਬਹੁਤ ਖੁਸ਼ੀ ਹੋਈ ਮਿਲ ਕੇ ਤੁਹਾਨੂੰ, ਤੁਹਾਡਾ ਬਹੁਤ ਨਾਮ ਸੁਣਿਆ ਹੈ ਕਿ ਬਹੁਤ ਪਹੁੰਚੇ ਹੋਏ ਫਕੀਰ ਹੈ। ਅੱਜ ਮੈਂ ਤੁਹਾਨੂੰ ਮਿਲ ਵੀ ਲਿਆ, ਦੇਖ ਵੀ ਲਿਆ, ਬੜਾ ਦਿਲ ਖੁਸ਼ ਹੈ। ਹੁਣ ਮੈਂ ਜਾਵਾਂ? ਉਹ ਆਸ਼ਿਕ ਕਹਿੰਦਾ ਹੁਣ ਮੈਂ ਜਾਵਾਂ? ਮਿਲ ਲਿਆ ਤੁਹਾਨੂੰ, ਦੇਖ ਲਿਆ, ਬਹੁਤ ਨਾਮ ਸੁਣਿਆ ਸੀ, ਅੱਜ ਮੁਲਾਕਾਤ ਵੀ ਹੋ ਗਈ, ਹੁਣ ਮੈਂ ਜਾਵਾਂ? ਉਹ ਸ਼ੇਖ ਮਗਰਬੀ ਕਹਿੰਦੇ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਕਦੇ ਵੀ ਤੁਹਾਨੂੰ ਜੀਵਨ 'ਚ, ਜ਼ਿੰਦਗੀ 'ਚ ਕੋਈ ਮੁਸ਼ਕਿਲ ਆਵੇ, ਕੋਈ ਪਰੇਸ਼ਾਨੀ ਆਵੇ, ਜਿੱਦਾਂ ਅੱਜ ਤੁਹਾਡੇ ਨਾਲ ਆਹ ਹਾਦਸਾ ਹੋ ਗਿਆ, ਕੋਤਵਾਲ ਨੇ ਤੁਹਾਨੂੰ ਕੈਦ 'ਚ ਬੰਦ ਕਰ ਦਿੱਤਾ, ਕਦੇ ਵੀ ਤੁਹਾਡੇ ਜੀਵਨ 'ਚ ਕੋਈ ਇਦਾਂ ਦੀ ਮੁਸ਼ਕਿਲ ਆਵੇ, ਪਰੇਸ਼ਾਨੀ ਆਵੇ, ਕਿਤੇ ਵੀ ਤੁਹਾਨੂੰ ਮੇਰੀ ਲੋੜ ਹੋਵੇ ਤਾਂ ਜਦੋਂ ਮਰਜ਼ੀ ਮੈਨੂੰ ਯਾਦ ਕਰ ਲਿਓ, ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਜ਼ਰਾ ਸਮਝਣਾ ਕਿ ਜਦੋਂ ਵੀ ਤੁਹਾਨੂੰ ਮੇਰੀ ਕਿਤੇ ਵੀ ਜ਼ਰੂਰਤ ਪਵੇ, ਕੋਈ ਵੀ ਮੁਸ਼ਕਿਲ ਟਾਈਮ ਆਵੇ, ਵਕਤ ਆਵੇ, ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਹੈਲਪ ਯਾਨੀ ਮਦਦ ਦੀ ਲੋੜ ਹੋਵੇ ਤਾਂ ਮੈਨੂੰ ਇੱਕ ਵਾਰੀ ਯਾਦ ਕਰ ਲਿਓ ਜਾਂ ਮੈਨੂੰ ਸੰਦੇਸ਼ ਭੇਜ ਦਿਓ, ਮੈਂ ਉਸੇ ਵੇਲੇ ਹਾਜ਼ਰ ਹੋ ਜਾਊਂ। ਤਾਂ ਉਸ ਵੇਲੇ ਉਹ ਆਸ਼ਿਕ ਕਹਿੰਦਾ ਇਹ ਤੁਸੀਂ ਕੀ ਕਹਿ ਰਹੇ ਹੋ, ਇਹ ਤੁਸੀਂ ਕੀ ਕਹਿ ਰਹੇ ਹੋ? ਉਹ ਕਹਿੰਦਾ ਮੈਂ ਉਹੀ ਕਹਿ ਰਿਹਾ ਕਿ ਕਿਤੇ ਵੀ ਮਦਦ ਦੀ ਲੋੜ ਪੈ ਸਕਦੀ ਹੈ ਦੁਬਾਰਾ। ਤਾਂ ਉਸ ਵੇਲੇ ਉਹ ਆਸ਼ਿਕ ਜੋ ਪਰਮਾਤਮਾ ਦਾ, ਪ੍ਰਭੂ ਦਾ ਆਸ਼ਿਕ ਸੀ, ਉਹ ਹੱਸ ਕੇ ਕਹਿਣ ਲੱਗਾ ਸ਼ੇਖ ਮਗਰਬੀ ਫਿਰ ਤੂੰ ਹਾਲੇ ਮੈਨੂੰ ਪਹਿਚਾਣਿਆ ਨਹੀਂ, ਤਾਂ ਉਸ ਲਈ ਸ਼ੇਖ ਮਗਰਬੀ ਨੇ ਕਿਹਾ ਇਹਦਾ ਕੀ ਮਤਲਬ? ਉਹ ਕਹਿੰਦਾ ਮਤਲਬ ਇਹ ਹੈ। सब्सक्राइब कीजिए सर्व संध्या दरबार कांटिया शरीफ चैनल को और बेल आइकन दबाइए मालिक जी के लेटेस्ट सत्संग की वीडियो को सबसे पहले देखने के लिए।